प्यारे बच्चों सत श्री अकाल। अज असी मिति 2/11/20 ਲਈ ਅਭਿਆਸ ਸ਼ੀਟ 55 ਬਣਾਉਣ ਜਾ ਰਹੇ ਹਾਂ। ਮੈਂ ਤੁਹਾਨੂੰ ਰੋਜ਼ ਬੇਨਤੀ ਕਰਦੀ ਹਾਂ ਬੱਚਿਓ ਕਿ ਤੁਸੀਂ ਇਹ ਵੀਡੀਓ ਸਿਰਫ ਪ੍ਰਸ਼ਨ ਉੱਤਰਾਂ ਲਈ ਨਾ ਸੁਣੋ। ਇਹਦੇ ਨਾਲ ਜਦੋਂ ਅਸੀਂ ਪੰਜਾਬੀ ਪੜ੍ਹਦੇ ਹਾਂ, ਹਿੰਦੀ ਪੜ੍ਹਦੇ ਹਾਂ, ਇੰਗਲਿਸ਼ ਪੜ੍ਹਦੇ ਹਾਂ ਤਾਂ ਜਿਹੜੀ ਸਾਡੀ ਰੀਡਿੰਗ ਸਕਿੱਲ ਹੈ ਉਹਦੇ ਵਿੱਚ ਵੀ ਬਹੁਤ ਸੁਧਾਰ ਹੁੰਦਾ ਹੈ ਅਤੇ ਸਾਨੂੰ ਔਖੇ ਸ਼ਬਦਾਂ ਦਾ बहुत सारे शब्द अर्थों का भी पता लगता है, जिस नाल साडी की है ज्ञान दे विच साडे शब्दावली दे विच वाधा हुंदा है। मैनूं उम्मीद है कि तुसीं मेरा ये कहना जरूर मन्नोगे। तो आपां पढ़दे आ रोज़ तरह। पहला विशा पंजाबी। खुशबू अते गुर साहिब पहली बार नवीं दिल्ली आए सन। इत्थे उन्हां दे पापा दे चाचा जी रहिंदे सन। चाचा जी दा एक पुत्तर सी जिसदा नाम जोतू सी। ਉਹ ਖੁਸ਼ਬੂ ਅਤੇ ਗੁਰਸਾਹਿਬ ਤੋਂ ਕਾਫੀ ਵੱਡਾ ਸੀ। ਸ਼ਾਮ ਨੂੰ ਜੋਤੂ ਉਹਨਾਂ ਨੂੰ ਇੰਡੀਆ ਗੇਟ ਘੁਮਾਉਣ ਲਈ ਲੈ ਗਿਆ। ਉੱਥੇ ਜਾਣ ਲਈ ਉਹਨਾਂ ਨੂੰ ਮੈਟਰੋ ਉੱਪਰ ਜਾਣਾ ਪੈਂਦਾ ਸੀ। ਮੈਟਰੋ ਸਟੇਸ਼ਨ ਪਹੁੰਚਣ ਲਈ ਸੜਕ ਪਾਰ ਕਰਨੀ ਪੈਂਦੀ ਸੀ। ਸੜਕ ਉੱਪਰ ਕਾਫੀ ਭੀੜ ਸੀ। ਖੁਸ਼ਬੂ ਨੇ ਦੇਖਿਆ ਕਿ ਸਾਹਮਣੇ ਚੌਕ ਵਿੱਚ ਖੰਭੇ ਲੱਗੇ ਹੋਏ ਸਨ। ਉਹਨਾਂ ਉੱਪਰ ਲਾਲ, ਪੀਲੀਆਂ ਅਤੇ ਹਰੀਆਂ ਬੱਤੀਆਂ ਜਗ ਰਹੀਆਂ ਸਨ। ਖੁਸ਼ਬੂ ਨੇ ਪੁੱਛਿਆ, ਚਾਚਾ ਜੀ ਇਹਨਾਂ ਨੂੰ ਕੌਣ ਚਲਾ ਰਿਹਾ ਹੈ? ਜੋਤੂ ਨੇ ਦੱਸਿਆ ਕਿ ਤਕਨੀਕੀ ਯੁੱਗ ਅਗਾਂਹ ਵਧੂ ਹੋ ਗਿਆ ਹੈ। ਇਹ ਸਾਡੇ ਟ੍ਰੈਫਿਕ ਸਿਗਨਲ ਹਨ। ਲਾਲ ਬੱਤੀ ਦਾ ਸੰਕੇਤ ਰੁਕਣਾ, ਪੀਲੀ ਬੱਤੀ ਤਿਆਰ ਹੋਣਾ ਅਤੇ ਹਰੀ ਹੋਣ ਉਪਰੰਤ ਚੱਲ ਪੈਣਾ ਹੈ। ਹਾਂਜੀ ਬੱਚਿਓ, ਸਾਨੂੰ ਇੱਥੇ ਤਿੰਨਾਂ ਬੱਤੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਲਾਲ ਕਹਿੰਦੀ ਹੈ ਰੁਕ ਜਾਓ, ਹਰੀ ਕਹਿੰਦੀ ਹੈ ਚੱਲ ਪਵੋ ਅਤੇ ਪੀਲੀ ਕਹਿੰਦੀ ਹੈ ਤਿਆਰ ਹੋ ਜਾਵੋ। ਇਹ ਜਿਹੜਾ ਯੁੱਗ ਹੈ ਵਿਗਿਆਨਕ ਯੁੱਗ ਹੈ। ਅੱਜ ਕੱਲ੍ਹ ਬਹੁਤ ਸਾਰੀਆਂ ਜਿਹੜੀਆਂ ਤਕਨੀਕ ਦੇ ਨਾਲ ਜਿਹੜੀਆਂ ਚੀਜ਼ਾਂ ਨੇ ਉਹ ਚੱਲ ਰਹੀਆਂ ਨੇ। ਹਾਂਜੀ ਬੱਚਿਓ, ਦੇਖੋ ਪਹਿਲਾ ਪ੍ਰਸ਼ਨ। ਬੱਚਿਆਂ ਦੇ ਚਾਚਾ ਜੀ ਕਿੱਥੇ ਰਹਿੰਦੇ ਸਨ ਬੱਚਿਓ? ਨਵੀਂ ਦਿੱਲੀ ਦੇ ਵਿੱਚ। ਆਪਾਂ ਨੂੰ ਪਤਾ ਨਾ ਉਹ ਕਿੱਥੇ ਰਹਿੰਦੇ ਸਨ? ਨਵੀਂ ਦਿੱਲੀ। ਪ੍ਰਸ਼ਨ ਦੂਸਰਾ, ਚਾਚਾ ਜੀ ਇਹਨਾਂ ਨੂੰ ਕੌਣ ਚਲਾ ਰਿਹਾ ਹੈ? ਇਹ ਗੱਲ ਕਿਸਨੇ ਕਹੀ? ਇਹ ਕਿਸਨੇ ਕਹੀ ਬੱਚਿਓ? ਇਹ ਕੀ ਹੈ? ਖੁਸ਼ਬੂ ਨੇ ਪੁੱਛਿਆ। ਕਿਸਨੇ ਪੁੱਛਿਆ? ਖੁਸ਼ਬੂ ਨੇ ਪੁੱਛਿਆ ਕਿ ਚਾਚਾ ਜੀ ਇਹਨਾਂ ਨੂੰ ਕੌਣ ਚਲਾ ਰਿਹਾ ਹੈ। ਚੌਕ ਸ਼ਬਦ ਦਾ ਕੀ ਅਰਥ ਹੁੰਦਾ ਬੱਚਿਓ? ਚੌਕ ਦਾ ਭਾਵ ਚਰਚ ਤੋਂ ਯਾਦ ਰੱਖਣਾ ਚੁਰਾਹਾ, ਜਿੱਥੇ ਚਾਰੇ ਸੜਕਾਂ, ਇੱਕ ਇੱਧਰੋਂ ਸੜਕ ਆ ਰਹੀ ਹੈ, ਇੱਕ ਇੱਧਰੋਂ ਆ ਰਹੀ ਹੈ, ਇੱਕ ਇੱਧਰੋਂ ਆ ਰਹੀ ਹੈ ਅਤੇ ਇੱਕ ਇੱਧਰੋਂ ਆ ਰਹੀ ਹੈ। ਜਿਵੇਂ ਆਪਾਂ ਕਹਿੰਦੇ ਜੋੜ ਦੀ ਨਿਸ਼ਾਨੀ ਹੁੰਦੀ ਹੈ ਨਾ, ਜੋੜ ਦੀ ਨਿਸ਼ਾਨੀ, ਜਿੱਥੇ ਆ ਕੇ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਉਹਨੂੰ ਕਹਿੰਦੇ ਉਹਨੂੰ ਚੁਰਾਹਾ ਕਹਿੰਦੇ ਨੇ, ਚੁਰਸਤਾ। ਠੀਕ ਹੈ, ਇਹਨੂੰ ਚੌਕ ਬੋਲਿਆ ਜਾਂਦਾ ਹੈ। ਚੌਕ ਦਾ ਅਰਥ ਹੈ ਚੁਰਾਹਾ। ਪ੍ਰਸ਼ਨ ਚੌਥਾ, ਹੇਠ ਲਿਖੇ ਵਿੱਚੋਂ ਠੀਕ ਸ਼ਬਦ ਚੁਣੋ। ਭੀੜ ਕੀ ਬੱਚੋ? ਇਹ ਹੈਗਾ ਭਿੜ। ਭਿੜ ਭਾਵ ਲੜ ਪੈਣਾ। ਭੀੜ ਇਹ ਭੜੇ, ਇਹ ਕੀ ਹੈ ਬੱਚੋ? ਸਹੀ ਸ਼ਬਦ ਕੀ ਹੈ? ਭੀੜ ਦਾ ਭਾਵ ਹੁੰਦਾ ਇਕੱਠ, ਜਿੱਥੇ ਜ਼ਿਆਦਾ ਲੋਕ ਹੋਣ, ਹੈ ਨਾ। ਪ੍ਰਸ਼ਨ ਪੰਜਵਾਂ, ਇੰਡੀਆ ਗੇਟ ਕਿੱਥੇ ਹੈ? ਇੰਡੀਆ ਗੇਟ ਕਿੱਥੇ ਹੈ ਬੱਚੋ? ਨਵੀਂ ਦਿੱਲੀ ਦੇ ਵਿੱਚ ਇੰਡੀਆ ਗੇਟ ਹੈ, ਕਿਉਂਕਿ ਉਹ ਘੁੰਮਣ ਗਏ ਹਨ। ਅੱਗੇ ਚੱਲਦੇ ਹਾਂ ਅਸੀਂ ਗਣਿਤ ਵੱਲ। ਵਿਸ਼ਾ ਗਣਿਤ। ਪਹਿਲਾ ਪ੍ਰਸ਼ਨ, ਹੇਠਾਂ ਦਿੱਤੇ ਗਏ ਗੇਂਦਾਂ ਦੇ ਸਮੂਹ ਵਿੱਚੋਂ ਕਿਹੜੇ ਸਮੂਹ ਵਿੱਚ 12 ਗੇਂਦਾਂ ਹਨ? ਬੱਚੋ ਦੇਖੋ ਇੱਥੇ ਸਾਨੂੰ 8 ਗੇਂਦਾਂ ਲੱਗ ਰਹੀਆਂ ਹਨ, ਇੱਥੇ 9 ਨੇ, ਇੱਥੇ 4 ਨੇ ਅਤੇ ਇਹ ਕੀ ਹੈ? 2 4 6 8 10 12। ਸੱਸਾ ਸਮੂਹ ਬਿਲਕੁਲ ਸਹੀ ਉੱਤਰ ਹੈ। ਅੱਗੇ ਦੂਸਰਾ, ਹੇਠਾਂ ਦਿੱਤੀਆਂ ਵਸਤੂਆਂ ਵਿੱਚ ਨਾ ਰਿੜਨਯੋਗ ਵਾਲੀ ਵਸਤੂ ਕਿਹੜੀ ਹੈ? ਬੱਚੋ ਦੇਖੋ ਇਹਨੂੰ ਆਪਾਂ ਜਦੋਂ ਹੱਥ ਲਗਾਵਾਂਗੇ, ਧੱਕਾ ਲਗਾਵਾਂਗੇ, ਇਹ ਰੁੜ ਜਾਣਗੇ, ਪਰ ਕੀ ਹੈ ਬੁੱਕ ਕੀ ਹੈ ਨਹੀਂ ਰੁੜੇਗੀ, ਇਸ ਕਰਕੇ ਸੱਸਾ ਉੱਤਰ ਸਹੀ ਹੈ। ਅੱਗੇ ਤੀਸਰਾ ਪ੍ਰਸ਼ਨ, ਤੁਹਾਡੇ ਪਿੰਡ ਤੋਂ ਸ਼ਹਿਰ ਦੀ ਦੂਰੀ ਕਿਸ ਮਾਪਕ ਇਕਾਈ ਵਿੱਚ ਮਾਪੀ ਜਾਵੇਗੀ? ਬੱਚੋ ਦੇਖੋ ਜਿੱਥੇ ਛੋਟੀ ਇਕਾਈ ਹੋਵੇ, ਆਪਾਂ ਕਾਪੀ ਮਾਪਣੀ ਹੋਵੇ ਜਾਂ ਠੀਕ ਹੈ ਆਪਾਂ ਸੈਂਟੀਮੀਟਰਾਂ 'ਚ ਕੱਪੜਾ ਮਾਪਣਾ ਹੋਵੇ, ਮੀਟਰਾਂ ਦੇ ਵਿੱਚ ਕੋਈ ਛੋਟੀ ਚੀਜ਼ ਮਾਪਣੀ ਹੋਵੇ, ਮਿਲੀਮੀਟਰਾਂ ਦੇ ਵਿੱਚ। ਜਦੋਂ ਤੁਸੀਂ ਸ਼ਹਿਰਾਂ ਦੀ ਦੂਰੀ ਮਾਪਣੀ ਹੋਵੇ ਦੂਰ ਦੀ, ਤਾਂ ਅਸੀਂ ਕਿਲੋਮੀਟਰਾਂ ਦੇ ਵਿੱਚ ਮਾਪ ਕਰਦੇ ਹਾਂ। ਊੜਾ ਉੱਤਰ ਸਹੀ ਹੈ, ਕਿਉਂਕਿ ਕਿਲੋਮੀਟਰ ਕੀ ਹੈ ਵੀ ਸਾਰਿਆਂ ਨਾਲੋਂ ਕੀ ਹੈ ਵੱਡੀ ਇਕਾਈ ਹੈ। 1 ਕਿਲੋਮੀਟਰ ਦੇ ਵਿੱਚ 1000 ਮੀਟਰ ਹੁੰਦੇ ਹਨ। ਚੌਥਾ, ਹਰਜੀਤ ਕੋਲ 18 ਕੇਲੇ ਸਨ, ਉਸਨੇ 11 ਕੇਲੇ ਬੱਚਿਆਂ ਨੂੰ ਵੰਡ ਦਿੱਤੇ। ਹੁਣ ਹਰਜੀਤ ਕੋਲ ਕਿੰਨੇ ਕੇਲੇ ਹਨ? ਹਾਂਜੀ 18 ਸੀ ਬੱਚੋ, 11 ਵੰਡਤੇ। ਜਦੋਂ ਸਾਨੂੰ ਪਤਾ ਲੱਗੇ ਵੀ ਬਾਕੀ ਕਿੰਨੇ ਰਹਿ ਗਏ ਤਾਂ ਅਸੀਂ ਘਟਾਓ ਕਰਦੇ ਹਾਂ, ਅਸੀਂ 18 ਚੋਂ 11 ਨੂੰ ਘਟਾ ਦਾਂਗੇ, 7 ਕੇਲੇ ਵਾਪਸ ਉੱਤਰ ਆ ਜਾਏਗਾ। ਤੁਸੀਂ ਵੀ ਕਰਕੇ ਦੇਖਣਾ। ਅੱਗੇ ਪੰਜਵਾਂ, ਅਨਮੋਲ ਦੁਕਾਨ ਤੋਂ ਹੇਠਾਂ ਦਿਖਾਈਆਂ ਵਸਤੂਆਂ ਖਰੀਦਣਾ ਚਾਹੁੰਦਾ ਹੈ। ਇਹਨਾਂ ਚੀਜ਼ਾਂ ਨੂੰ ਖਰੀਦਣ ਲਈ ਉਸਨੂੰ ਕਿੰਨੇ ਰੁਪਇਆਂ ਦੀ ਜ਼ਰੂਰਤ ਹੈ? ਹਾਂਜੀ ਬੱਚੋ, ਜਿਹੜੀ ਕਾਪੀ ਹੈ ਉਹ 15 ਰੁਪਏ ਦੀ ਹੈ, ਪੈਨਸਲ ਹੈਗੀ ਹੈ 10 ਰੁਪਏ ਦੀ। ਜੇ ਆਪਾਂ ਜੋੜਾਂਗੇ ਕੁੱਲ ਬਣ ਗਏ 15 10 25, ਤਾਂ ਐੜਾ ਉੱਤਰ ਸਹੀ ਹੈ, ਉਸਨੂੰ 25 ਰੁਪਏ ਚਾਹੀਦੇ ਹਨ।
ਅੱਗੇ ਆਪਾਂ ਇੰਗਲਿਸ਼ ਵੱਲ ਜਾ ਰਹੇ ਹਾਂ। ਹੁਣ ਦੇਖੋ ਇੰਗਲਿਸ਼ ਸਬਜੈਕਟ ਇੰਗਲਿਸ਼। ਇਟ ਇਜ਼ ਦ ਮੰਥ ਆਫ ਦਸੰਬਰ ਐਂਡ ਦ ਸੀਜ਼ਨ ਇਜ਼ ਵਿੰਟਰ। ਇਹ ਮਹੀਨਾ ਕੀ ਹੈ, ਦਸੰਬਰ ਦਾ ਹੈ, ਅਤੇ ਕੀ ਹੈ ਮੌਸਮ ਕੀ ਹੈ, ਜਿਹੜਾ ਰੁੱਤ ਕੀ ਹੈ ਉਹ ਸਰਦੀ ਹੈ। ਵਿੰਟਰ ਹੁੰਦਾ ਬੱਚੋ ਸਰਦੀ, ਸੀਜ਼ਨ ਹੁੰਦੀਆਂ ਨੇ ਰੁੱਤਾਂ। ਦਸੰਬਰ ਮੰਥ ਹੁੰਦਾ ਮਹੀਨਾ, ਠੀਕ ਹੈ। ਮਹੀਨਾ ਦਸੰਬਰ ਦਾ ਹੈ ਅਤੇ ਰੁੱਤ ਕੀ ਹੈ, ਸਰਦੀ ਦੀ ਹੈ। ਨੇਹਾ ਐਂਡ ਹਰ ਫੈਮਿਲੀ ਹੁੰਦਾ ਪਰਿਵਾਰ, ਹੈਵ ਕਮ ਨੀਅਰ ਏ ਫੋਰੈਸਟ ਹੁੰਦਾ ਜੰਗਲ, ਫਾਰ ਏ ਪਿਕਨਿਕ ਦੇ ਲਈ। ਨੇਹਾ ਅਤੇ ਉਸਦੇ ਪਰਿਵਾਰ ਦੇ ਮੈਂਬਰ ਕੀ ਨੇ, ਸਾਰੇ ਇੱਕ ਜੰਗਲ ਦੇ ਨੇੜੇ ਕੀ ਹੈ ਵੀ ਇੱਕ ਪਿਕਨਿਕ ਦੇ ਲਈ ਆਏ ਹੋਏ ਹਨ। ਨੇਹਾ ਹੈਜ਼ ਬ੍ਰੌਟ ਹਰ ਪੈਟ ਡੌਗ ਟਾਈਗਰ ਟੂ। ਨੇਹਾ ਆਪਣੇ ਪਾਲਤੂ ਕੁੱਤੇ ਟਾਈਗਰ ਨੂੰ ਵੀ ਨਾਲ ਲੈ ਕੇ ਆਈ ਹੈ। ਬ੍ਰੌਟ, ਠੀਕ ਹੈ ਬੱਚਿਓ, ਪਾਸ ਦੇ ਵਿੱਚ, ਕਿਉਂਕਿ ਉਹ ਪਹਿਲਾਂ ਆ ਚੁੱਕੀ ਨਾ, ਇਸ ਕਰਕੇ ਆ ਗਿਆ ਹੈਜ਼ ਬ੍ਰੌਟ। ਇਟ ਇਜ਼ ਨਾਈਸ ਸਨੀ ਡੇ। ਜਿਹੜਾ ਦਿਨ ਕੀ ਸੀ ਉਹ ਦਿਨ ਕੀ ਹੈ ਵੀ ਬਹੁਤ ਨਾਈਸ, ਚਮਕੀਲਾ, ਸੂਰਜ ਭਾਵ ਕਿ ਸੂਰਜ ਨਿਕਲਾ ਹੈ, ਚਮਕੀਲਾ ਦਿਨ ਹੈ, ਸਾਫ ਸੁਥਰਾ। ਨੇਹਾਜ਼ ਫਾਦਰ ਮੋਹਨ, ਨੇਹਾ ਦੇ ਪਿਤਾ ਦਾ ਨਾਮ ਕੀ ਹੈ, ਮੋਹਨ। ਇਜ਼ ਹੈਲਪਿੰਗ ਹਰ ਮਦਰ ਕਵਿਤਾ। ਤੇ ਇਹਦਾ ਭਾਵ ਕੀ ਹੈ, ਜਿਹੜੀ ਨੇਹਾ ਦੀ ਮੰਮੀ ਹੈ ਉਹਦਾ ਨਾਮ ਕਵਿਤਾ ਹੈ ਅਤੇ ਉਹਦੇ ਪਾਪਾ ਦਾ ਨਾਮ ਮੋਹਨ ਹੈ। ਉਹ ਕੀ ਇੱਕ ਬਹੁਤ ਨਾਈਸ ਪਰਸਨ ਹੈ, ਕੀ ਹੈ, ਕਿਉਂਕਿ ਉਹਦੀ ਮੰਮੀ ਦੀ ਕੀ ਹੈ ਹੈਲਪ ਕਰ ਰਿਹਾ, ਕੰਮਾਂ ਦੇ ਵਿੱਚ ਉਹਦੀ ਮਦਦ ਕਰ ਰਿਹਾ ਹੈ। ਨੇਹਾ ਇਜ਼ ਰਨਿੰਗ ਐਂਡ ਪਲੇਇੰਗ ਵਿਦ ਟਾਈਗਰ। ਨੇਹਾ ਉਹ ਭੱਜ ਰਹੀ ਹੈ ਅਤੇ ਖੇਡ ਰਹੀ ਹੈ ਕਿਹਦੇ ਨਾਲ, ਆਪਣੇ ਕੁੱਤੇ ਟਾਈਗਰ ਦੇ ਨਾਲ। ਟਾਈਗਰ ਲਵਸ ਟੂ ਪਲੇ ਵਿਦ ਬਾਲਸ। ਜਿਹੜਾ ਟਾਈਗਰ ਹੈ ਉਹ ਬੋਲਾਂ ਦੇ ਨਾਲ ਖੇਡਣਾ ਪਸੰਦ ਕਰਦਾ ਹੈ। ਨੇਹਾ ਥਰੋਨ, ਠੀਕ ਹੈ, ਥਰੋਜ਼ ਦਾ ਬॉल ਐਂਡ ਟਾਈਗਰ ਕੈਚਿਜ਼ ਇਟ ਅਪੋਨ ਹਿਜ਼ ਮਾਊਥ ਐਂਡ ਬ੍ਰਿੰਗਸ ਇਟ ਬੈਕ ਟੂ ਨੇਹਾ। ਨੇਹਾ ਥਰੋਜ਼ ਦਾ ਬॉल, ਨੇਹਾ ਬॉल ਸੁੱਟਦੀ ਹੈ ਉੱਪਰ ਨੂੰ, ਨੇਹਾ ਬॉल ਸੁੱਟਦੀ ਹੈ, ਟਾਈਗਰ ਕੈਚਿਜ਼ ਦਾ ਇਟਸ ਅਪੋਨ ਹਿਜ਼ ਮਾਊਥ। ਜਿਹੜਾ ਟਾਈਗਰ ਹੈ ਉਹ ਇਸ ਨੂੰ ਆਪਣੇ ਮੂੰਹ ਵਿੱਚ ਫੜਦਾ ਹੈ, ਐਂਡ ਬ੍ਰਿੰਗ ਇਟ ਬੈਕ ਟੂ ਨੇਹਾ, ਅਤੇ ਵਾਪਸ ਕੀ ਹੈ ਨੇਹਾ ਦੇ ਕੋਲ ਲੈ ਕੇ ਆਉਂਦਾ ਹੈ। ਹਰ ਸਿਸਟਰ ਗੀਤਾ ਲਾਈਕਸ ਫਲਾਰਸ ਹੁੰਦੇ ਨੇ ਬੱਚੇ ਫੁੱਲ। ਉਸਦੀ ਭੈਣ ਨੂੰ ਕੀ ਹੈ ਫੁੱਲ ਬਹੁਤ ਪਸੰਦ ਹਨ, ਭਾਵ ਉਹ ਫੁੱਲਾਂ ਨੂੰ ਪਿਆਰ ਕਰਦੀ ਜਾਂ ਫੁੱਲ ਉਸਨੂੰ ਬਹੁਤ ਪਸੰਦ ਹਨ। ਸ਼ੀ ਇਜ਼ ਕਲੈਕਟ ਹੁੰਦਾ ਇਕੱਠਾ ਕਰਨਾ। ਸ਼ੀ ਇਜ਼ ਕਲੈਕਟਿੰਗ ਦਾ ਫਾਲਨ ਦੇ ਡਿੱਗੇ ਹੋਏ ਫਲਾਵਰਸ। ਕਿੱਡੀ ਸਿਆਣੀ ਹੈ, ਤੋੜ ਨਹੀਂ ਰਹੀ, ਜਿਹੜੇ ਨੀਚੇ ਗਿਰੇ ਹੋਏ ਨੇ ਉਹਨਾਂ ਨੂੰ ਇਕੱਠਾ ਕਰ ਰਹੀ ਹੈ। ਉਹ ਕਿ ਨੀਚੇ ਗਿਰੇ ਫੁੱਲਾਂ ਨੂੰ, ਡਿੱਗੇ ਫੁੱਲਾਂ ਨੂੰ ਇਕੱਠਾ ਕਰ ਰਹੀ ਹੈ। ਐਵਰੀਬਡੀ ਇਜ਼ ਹੈਪੀ, ਹਰ ਕੋਈ ਖੁਸ਼ ਹੈ। ਦੇ ਆਰ ਹੈਵਿੰਗ ਫਨ, ਉਹ ਕਿ ਬਹੁਤ ਮਜ਼ਾ ਕਰ ਰਹੇ ਹਨ। ਹਾਂਜੀ ਬੱਚੋ, ਫਸਟ ਕੁਐਸਚਨ, ਇਟ ਇਜ਼ ਦਾ ਡੈਸ਼ ਸੀਜ਼ਨ ਆਫ ਦਾ ਈਅਰ, ਕਿਹੜਾ ਵੀ ਵਿੰਟਰ, ਸਰਦੀ ਦਾ ਮੌਸਮ ਹੈ, ਵਿੰਟਰ। ਸੈਕਿੰਡ, ਵੇਅਰ ਹੈਵ ਦੇ ਕਮ ਫਾਰ ਏ ਪਿਕਨਿਕ। ਉਹ ਪਿਕਨਿਕ ਕਿੱਥੇ ਬਣਾਉਣ ਲਈ ਆਏ ਹਨ ਬੱਚੋ, ਨੀਅਰ ਏ ਫੋਰੈਸਟ, ਜੰਗਲ ਦੇ ਨੇੜੇ। ਤਾਂ ਸੀ ਆਨਸਰ ਸਹੀ ਆਨਸਰ ਹੈ। ਥਰਡ ਕੁਐਸਚਨ, ਹੂ ਇਜ਼ ਹੈਲਪਿੰਗ ਨੇਹਾਜ਼ ਮਦਰ। ਨੇਹਾ ਦੀ ਮਾਤਾ ਦੀ ਮਦਦ ਕੌਣ ਕਰ ਰਿਹਾ ਹੈ ਬੱਚੋ, ਮੋਹਨ, ਕਿਉਂਕਿ ਨੇਹਾ ਦੇ ਪਾਪਾ ਦਾ ਨਾਮ ਮੋਹਨ ਹੈ। ਉਹ ਕੀ ਆਪਣੀ ਮਿਸਿਸ ਦੀ ਹੈਲਪ ਕਰ ਰਿਹਾ ਹੈ, ਨੇਹਾ ਦੀ ਮਦਰ ਦੀ, ਮੋਹਨ। ਫੋਰਥ ਕੁਐਸਚਨ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਏ ਨੇਮਿੰਗ ਵਰਡ। ਹਾਂਜੀ ਬੱਚੋ, ਦਸੰਬਰ ਕੀ ਹੈ, ਨਾਮ ਹੈ ਮਹੀਨੇ ਦਾ। ਕਵਿਤਾ ਕੀ ਹੈ, ਕੁੜੀ ਦਾ ਨਾਮ ਹੈ। ਮਾਊਥ ਕੀ ਹੈ, ਮੂੰਹ ਦਾ ਨਾਮ ਹੈ। ਜਿਹੜਾ ਕੰਮ ਹੈ ਬੱਚੇ ਵਰਬ ਦੀ ਫਾਰਮ ਹੈ, ਕਿਰਿਆ ਹੈ ਕੰਮ, ਇਸ ਕਰਕੇ ਇਟ ਇਜ਼ ਨਾਟ ਏ ਨੇਮਿੰਗ ਵਰਡ। ਸੀ ਕੀ ਹੈ ਵੀ ਕਿਸੇ ਦਾ ਨਾਮ ਨਹੀਂ ਹੈ, ਇਹ ਕੀ ਹੈ ਵਰਬ ਦੀ ਕਿਰਿਆ ਹੈ, ਕਿਰਿਆ ਜਿਹਨੂੰ ਆਪਾਂ ਵਰਬ ਕਹਿੰਦੇ ਹਾਂ, ਵਰਬ, ਠੀਕ ਹੈ। ਸੀ ਆਨਸਰ ਇਜ਼ ਰਾਈਟ ਆਨਸਰ। ਫਿਫਥ ਕੁਐਸਚਨ, ਚੂਜ਼ ਦਾ ਪ੍ਰੋਨਾਉਨ ਫਾਰ ਗੀਤਾ। ਹਾਂਜੀ ਬੱਚਿਓ, ਗੀਤਾ ਦਾ ਪ੍ਰੋਨਾਉਨ ਕੀ ਹੈ। ਜੇ ਆਪਾਂ ਕਹਾਂਗੇ ਗੀਤਾ ਇਜ਼ ਕੀ ਹੈ ਵੀ ਕਲੈਕਟਿੰਗ ਫਲਾਵਰਸ, ਸ਼ੀ ਇਜ਼ ਕਲੈਕਟਿੰਗ, ਤਾਂ ਅਸੀਂ ਗੀਤਾ ਲਈ ਕੀ ਬਤੇ ਸ਼ੀ ਕੀ ਹੈ ਉਸ ਲਈ, ਉਹਦੇ ਲਈ, ਠੀਕ ਹੈ ਨਾ। ਤਾਂ ਆਪਾਂ ਬਾਰ-ਬਾਰ ਗੀਤਾ ਨਹੀਂ ਕਰਾਂਗੇ, ਤਾਂ ਸ਼ੀ ਵੀ ਕਹਾਂਗੇ ਨਾ ਆਪਾਂ। ਤਾਂ ਇਸ ਕਰਕੇ ਕੀ ਹੈ ਵੀ ਗੀਤਾ ਦਾ ਪ੍ਰੋਨਾਉਨ ਕੀ ਹੈ, ਸ਼ੀ ਹੈ। ਪ੍ਰੋਨਾਉਨ ਕੀ ਹੁੰਦੇ ਨੇ, ਜਿਹੜੇ ਨਾਮ ਦੀ ਜਗ੍ਹਾ 'ਤੇ ਵਰਤੇ ਜਾਣ। ਹੁਣ ਆਪਾਂ ਬਾਰ-ਬਾਰ ਗੀਤਾ ਨਹੀਂ ਕਵਾਂਗੇ, ਉਹਦੀ ਜਗ੍ਹਾ 'ਤੇ ਆਪਾਂ ਉਹ ਕਹਾਂਗੇ, ਤਾਂ ਕੀ ਹੈ ਸ਼ੀ ਇਜ਼ ਏ ਪ੍ਰੋਨਾਉਨ। ਸੋ ਡੀ ਆਨਸਰ ਇਜ਼ ਰਾइट आंसर। ਹਾਂਜੀ, ਅੱਗੇ ਆਪਾਂ हिंदी कर रहे हैं। चलो बच्चों, विषय हिंदी। एक दिन दीपा अपनी सहेली के साथ नदी के किनारे कपड़े धो रही थी और थोड़ी ही दूरी पर रवि और हरीश नदी में नहा रहे थे। नहाते नहाते रवि नदी में डूबने लगा तो हरीश ने उसे बचाने की कोशिश की और सहायता के लिए चिल्लाने लगा। उसकी आवाज़ सुनकर दीपा उसकी सहायता के लिए दौड़ी तो उसकी सहेली ने उसे मना कर दिया, क्योंकि उसने देखा कि पानी में मगरमच्छ रवि की ओर चला आ रहा था। लेकिन दीपा ने उसकी परवाह नहीं की और पानी में
कूद गई। उसने जल्दी से रवि को पकड़ा और किनारे पर ले आई। इस प्रकार उसने रवि को मगरमच्छ से बचा लिया। हाँ जी बच्चों, देखो आप पहले भी 2-3 बार ये पैरा पढ़े है। फर्स्ट प्रश्न पहला, दीपा कैसी लड़की थी? साहसी लड़की थी। साहसी होंगे जेड़ा कि बहादुर लड़का जो किसी से डरता नहीं। हाँ, पहला उत्तर सही है भाग। प्रश्न 2, अगर माता शब्द का लिंग परिवर्तन पिता है तो लड़की का क्या होगा बच्चों? आपको पता ही है, पर लड़की का क्या होगा? लड़का। तो सेकंड भाग सही है, दूसरा भाग लड़का। प्रश्न 3, दीपा ने डैश की परवाह नहीं की और पानी में कूद गई। किसकी परवाह नहीं की? मगरमच्छ की। उसे पता था कि मगरमच्छ आ रहा है, पर फिर भी उसे विश्वास था कि वो कि अभी उसको बचा लेगी, तो इसलिए कि अभी वो बहुत साहसी थी, मगरमच्छ की परवाह नहीं की। तीसरा उत्तर बिल्कुल सही है। चौथा प्रश्न, निम्नलिखित शब्दों में से कौन से शब्द में संयुक्त अक्षर का प्रयोग किया गया है? हाँ जी बच्चों, जिते च ते छ, कला छ, मगरमच्छ इकट्ठा छ का आवाज़ दे रहा है। इस करके जहाँ की है भी ਇਹਦੇ ਵਿੱਚ ਕੀ है फर्स्ट भाग में की है संयुक्त अक्षर का प्रयोग किया है। बाकी में कहीं भी सहेली, कपड़ा, नदी में इसका प्रयोग नहीं है, इसलिए फर्स्ट भाग पहला भाग सही उत्तर है। मगरमच्छ में संयुक्त अक्षर का प्रयोग किया गया है। पांचवा प्रश्न, दीपा नदी के किनारे क्या कर रही थी बच्चों? खेल रही थी, नहा रही थी, मगरमच्छ देख रही थी, कपड़े धो रही थी। चौथा उत्तर बिल्कुल सही है, कपड़े धो रही थी। हाँ जी, अगे चलते हैं ਅਸੀਂ वातावरण ਦੇ ਵੱਲ। विषय वातावरण सिक्ख्या। पहला प्रश्न, ਜਦੋਂ ਅਸੀਂ ਭੋਜਨ ਖਾਂਦੇ ਹਾਂ ਤਾਂ ਭੋਜਨ ਪਚਣ ਦੀ ਪ੍ਰਕਿਰਿਆ ਕਿਸ ਅੰਗ ਤੋਂ ਸ਼ੁਰੂ ਹੁੰਦੀ ਹੈ ਬੱਚੋ? ਬੱਚੇ ਜਿਹੜੀ ਭੋਜਨ ਪਚਣ ਦੀ ਪ੍ਰਕਿਰਿਆ ਮੂੰਹ ਤੋਂ ਸ਼ੁਰੂ ਹੋ ਜਾਂਦੀ, ਕਿਉਂਕਿ ਮੂੰਹ ਦੇ ਵਿੱਚ ਸਲਾਈਵਾ ਹੁੰਦਾ ਹੈ ਨਾ, ਲਾਰਵਾ ਜਿਹੜਾ ਕੀ ਹੈ ਉਹ ਸਾਡੇ ਮੂੰਹ ਦੇ ਵਿੱਚ ਕੀ ਹੈ, ਖਾਣੇ ਦੇ ਵਿੱਚ ਘੁਲ ਕੇ ਕੀ ਸਾਡੇ ਭੋਜਨ ਨੂੰ ਇੱਥੋਂ ਹੀ ਪਚਾਉਣ ਦੇ ਕੀ ਹੈ ਵੀ ਸ਼ੁਰੂ ਕਰ ਦਿੰਦਾ ਹੈ। ਮੂੰਹ ਦੇ ਵਿੱਚੋਂ ਹੀ ਹੁੰਦਾ, ਸਲਾਈਵਾ ਬੋਲਦੇ ਅਸੀਂ ਉਸ ਨੂੰ, ਇਸ ਕਰਕੇ ਮੂੰਹ ਤੋਂ ਸ਼ੁਰੂ ਹੋ ਜਾਂਦਾ ਹੈ। ਪ੍ਰਸ਼ਨ ਦੂਸਰੀ, ਤੁਸੀਂ ਵੱਡੇ ਵੱਡੇ ਸ਼ੈੱਡ ਦੇਖੇ ਹੋਣਗੇ, ਇਹਨਾਂ ਨੂੰ ਗੋਦਾਮ ਕਹਿੰਦੇ ਹਨ। ਇਹਨਾਂ ਦੀ ਵਰਤੋਂ ਸੰਬੰਧੀ ਕਿਹੜਾ ਕਥਨ ਗਲਤ ਹੈ? ਪਹਿਲਾ, ਇਹਨਾਂ ਵਿੱਚ ਵੱਡੀ ਮਾਤਰਾ ਵਿੱਚ ਅਨਾਜ ਰੱਖਿਆ ਜਾਂਦਾ। ਬਿਲਕੁਲ ਸਹੀ ਹੈ ਬੱਚਿਓ, ਗੋਦਾਮਾਂ ਦੇ ਵਿੱਚ ਅਨਾਜ ਰੱਖਿਆ ਜਾਂਦਾ ਹੈ। ਦੂਸਰਾ, ਗੋਦਾਮਾਂ ਵਿੱਚ ਅਨਾਜ ਬੋਰੀਆਂ ਵਿੱਚ ਭਰ ਕੇ ਰੱਖਿਆ ਜਾਂਦਾ। ਇਹ ਵੀ ਬਿਲਕੁਲ ਸਹੀ ਹੈ, ਬੋਰੀਆਂ ਰੱਖੀਆਂ ਜਾਂਦੀਆਂ ਨੇ ਭਰ ਕੇ। ਅੱਜ ਕੱਲ੍ਹ ਜਿਸ ਤਰ੍ਹਾਂ ਕਿ ਜੀਰੀ ਦਾ, ਝੋਨੇ ਦਾ ਕੀ ਸੀਜ਼ਨ ਚੱਲ ਰਿਹਾ ਹੈ, ਵੱਡੇ ਵੱਡੇ ਟਰੱਕ ਭਰ ਕੇ ਜਾਂਦੇ ਨੇ ਅਤੇ ਕੀ ਹੈ ਵੀ ਵੱਡੇ ਵੱਡੇ ਗੋਦਾਮਾਂ ਦੇ ਵਿੱਚ ਅਨਾਜ ਕੀ ਹੈ ਸਮੇਂ ਦੇ ਲਈ, ਬਾਕੀ ਸਮੇਂ ਦੇ ਲਈ ਇਕੱਠਾ ਕਰਕੇ ਰੱਖਿਆ ਜਾਂਦਾ ਹੈ ਜ਼ਰੂਰਤ ਦੇ ਲਈ। ਤੀਸਰਾ, ਗੋਦਾਮਾਂ ਵਿੱਚ ਅਨਾਜ ਨੂੰ ਖਰਾਬ ਕਰਨ ਲਈ ਦਵਾਈਆਂ ਪਾਈਆਂ ਜਾਂਦੀਆਂ। ਇਹ ਗਲਤ ਹੈ ਬੱਚੋ, ਅਨਾਜ ਖਰਾਬ ਕਰਨ ਲਈ ਨਹੀਂ ਹੁੰਦਾ, ਅਨਾਜ ਵਰਤੋਂ ਲਈ ਹੁੰਦਾ। ਇਸ ਕਰਕੇ ਜਿਹੜਾ ਤੀਸਰਾ ਭਾਗ ਹੈ ਇਹ ਗਲਤ ਹੈ। ਇਹ ਸਾਡਾ ਉੱਤਰ ਹੈ ਤੀਸਰਾ, ਕਿਉਂਕਿ ਉੱਥੇ ਖਰਾਬ ਕਰਨ ਲਈ ਨਹੀਂ, ਸੰਭਾਲਣ ਵਾਸਤੇ ਗੋਦਾਮਾਂ ਦੇ ਵਿੱਚ ਰੱਖਿਆ ਜਾਂਦਾ ਹੈ। हाँ जी, अगे प्रश्न तीसरा, जेकर तुसी दुध देने वाले पशु पालते हो तो इन्हां तो प्राप्त दुध तुहाडी घरेलू वरतों तो ज़्यादा है तो तुसी की कर सकते हो बच्चों? वाधू दुध डोल देना चाहिए? बिल्कुल गलत गल है, दुध कदे भी डोलना नहीं चाहिए। कोई भी चीज़, पानी भी नहीं डोलना चाहिए, दुध तो दूर की गल है। वाधू दुध पीने लिए कुछ जानवर भी पालने चाहिए हैं, ये भी गलत है बच्चों, है ना, क्योंकि आप किन्ने चीज़ों पाल सकते हैं घर के। दुध बेचण का काम शुरू कर लेना चाहिए ਤਾਂ ਜੋ ਵਧੀਆ ਰੁਜ਼ਗਾਰ है। हाँ जी बच्चों, बिल्कुल सही है। जेकर ਸਾਡੇ ਕੋਲ ਦੁੱਧ है ਤਾਂ ਉਸ ਨੂੰ ਅਸੀਂ ਵੇਚ ਸਕਦੇ ਹਾਂ, ਨਾਲ ਇਸ ਨਾਲ ਤਾਂ ਦੂਸਰੇ ਦੀ ਜਿਹੜੀ ਜ਼ਰੂਰਤ ਉਹ ਵੀ ਪੂਰੀ ਹੋ ਜਾਂਦੀ ਹੈ ਅਤੇ ਸਾਡੇ ਘਰ ਪੈਸੇ ਵੀ ਆ ਸਕਦੇ ਨੇ, ਸਾਡਾ ਰੁਜ਼ਗਾਰ ਵਧੀਆ ਚੱਲ ਸਕਦਾ ਹੈ। ਇਸ ਕਰਕੇ ਤੀਸਰਾ ਉੱਤਰ ਬਿਲਕੁਲ ਸਹੀ ਉੱਤਰ ਹੈ। ਅੱਗੇ ਚੌਥਾ ਪ੍ਰਸ਼ਨ, ਸੁਨੀਤਾ ਦੇ ਘਰ ਦੇ ਨੇੜੇ ਇੱਕ ਬਹੁਤ ਵੱਡਾ ਕੂੜੇ ਦਾ ਢੇਰ ਹੈ, ਇਸ ਦੇ ਕੀ ਨੁਕਸਾਨ ਹੋ ਸਕਦੇ ਹਨ? ਸਾਨੂੰ ਪਤਾ ਹੈ ਬੱਚੋ, ਕੀੜੇ ਤੇ ਮੱਖੀ, ਕੂੜੇ ਦੇ ਢੇਰ 'ਤੇ ਮੱਖੀਆਂ, ਮੱਛਰ ਹੋਣਗੇ, ਬਦਬੂ ਆਏਗੀ, ਬਿਮਾਰੀਆਂ ਫੈਲਣਗੀਆਂ, ਹੈ ਨਾ, ਬਦਬੂ ਬਹੁਤ ਆਉਂਦੀ ਹੈ। ਬਿਲਕੁਲ ਸਹੀ ਗੱਲ ਹੈ, ਬਿਮਾਰੀਆਂ ਫੈਲਣ ਦਾ ਡਰ ਰਹਿੰਦਾ, ਇਹ ਵੀ ਬਿਲਕੁਲ ਸਹੀ ਹੈ। ਵਾਤਾਵਰਨ 'ਤੇ ਬੁਰਾ ਪ੍ਰਭਾਵ ਪੈਂਦਾ, ਇਹ ਵੀ ਬਿਲਕੁਲ ਸਹੀ ਹੈ। ਉਪਰੋਕਤ ਸਾਰੇ ਕਥਨ ਠੀਕ ਹਨ। ਹਾਂਜੀ, ਚੌਥਾ ਉੱਤਰ ਸਹੀ ਹੈ। ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਵੀ ਇਹ ਕੀ ਹੈ, ਕੂੜੇ ਦੇ ਢੇਰ ਤੋਂ ਹੁੰਦੀਆਂ ਹਨ, ਇਸ ਕਰਕੇ ਚੌਥਾ ਉੱਤਰ ਬਿਲਕੁਲ ਸਹੀ ਉੱਤਰ ਹੈ। ਅੱਗੇ ਦੇਖੋ ਪੰਜਵਾਂ, कचालू की चाट बना के खाधी जाती है। आलू कचालू बेटो कहाँ गए थे, है ना, बंदर की टोकरी में सो रहे थे, है ना। कचालू की चाट बना के खाधी जाती है। ये कार विच बहुत बड़ा ते मोटा हुंदा है कचालू, है ना बच्चों। कचालू एक की है बच्चों, कचालू की है एक जड़ है, इनू आपां रूट भी बोलते हैं इंग्लिश दे विच, रूट है ना, स्टैम हुंदा तां ना, ते कचालू की एक जड़ है। उत्तर पहला सही है। मैनूं उम्मीद है कि सारे बच्चे मेरिया गल्लां वल ध्यान दे के चंगे ढंग नाल वीडियो देखणगे ते ध्यान दे नाल वीडियो नूं सुणनगे
ਤੇ ਫਿਰ ਪ੍ਰਸ਼ਨ ਸਮਝ ਕੇ ਕਰਨਗੇ। ਠੀਕ ਹੈ ਬੱਚਿਓ, ਕੱਲ ਮਿਲਦੇ ਹਾਂ ਫਿਰ। ਓਕੇ ਬਾਏ, ਹੈਵ ਅ ਨਾਈਸ ਡੇ।